ਆਪੇ ਆਪ। ਸੱਚ ਦੀ ਆਖਰੀ ਟੀਸੀ ਤੇ ਚੜ੍ਹ ਕੇ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਨੇ ਮੈਂ ਹੀ ਮੈਂ ਕਿਹਾ। ਵੇਦਾਂਤ ਦੀ ਆਖਰੀ ਖੋਜ ਦਾ ਸਿੱਟਾ ਵੀ ਮੈਂ ਹੀ ਮੈਂ ਹੈ, ਅਤੇ ਮਨਸੂਰ ਅਤੇ ਸੂਫੀ ਮਤ ਨੇ ਵੀ ਇਬਾਦਤ ਦੀ ਆਖਰੀ ਮੰਜ਼ਿਲ ਅਨਲ ਹੱਕ ਜਾਂ ਮੈਂ ਹੀ ਅਟੱਲ ਸੱਚਾਈ ਹਾਂ, ਇਹ ਗੱਲ ਹੀ ਆਖੀ ਹੈ। ਇਸ ਦੇ ਉਲਟ ਹਜ਼ਰਤ ਈਸਾ ਮਸੀਹ, ਹਜ਼ਰਤ ਮੁਹੰਮਦ ਸਾਹਿਬ ਜੀ, ਭਗਤ ਕਬੀਰ ਸਾਹਿਬ ਜੀ ਅਤੇ ਹੋਰ ਅਨੇਕਾਂ ਮਹਾਂਪੁਰਖਾਂ ਨੇ ਸੱਚ ਨੂੰ ਤੂੰ ਹੀ ਤੂੰ ਦੇ ਲਫ਼ਜ਼ਾਂ ਵਿੱਚ ਵਰਣਨ ਕੀਤਾ। ਇਹ ਦੋਵੇਂ ਕਥਨ ਮੈਂ ਹੀ ਮੈਂ ਅਤੇ ਤੂੰ ਹੀ ਤੂੰ ਭਾਵੇਂ ਪ੍ਰਤੱਖ ਤੌਰ ਤੇ ਇੱਕ ਦੂਜੇ ਦੇ ਉਲਟ ਪ੍ਰਤੀਤ ਹੁੰਦੇ ਨੇ, ਪਰ ਅਸਲ ਵਿੱਚ ਇੱਕੋ ਹੀ ਤਜਰਬੇ ਦੇ ਵੱਖ-ਵੱਖ ਖਿਆਲ ਨੇ, ਇੱਕੋ ਹੀ ਸੱਚਾਈ ਦੇ ਵੱਖ-ਵੱਖ ਬਿਆਨ ਕਰਨ ਦਾ ਤਰੀਕਾ ਹੈ। ਮੇਰੇ ਖਿਆਲ ਵਿੱਚ ਸੱਚ ਨੂੰ ਬਿਆਨ ਕਰਨ ਦੇ ਇਹ ਦੋਵੇਂ ਤਰੀਕੇ ਆਮ ਬੰਦੇ ਲਈ ਭੁਲੇਖੇ ਵਾਲੇ ਹੋ ਸਕਦੇ ਨੇ, ਅਤੇ ਅਭਿਆਸੀ ਇਹਨਾਂ ਕਰਕੇ ਤਕੜੇ ਭੁਲੇਖੇ ਵਿੱਚ ਪਿਆ ਰਹਿੰਦਾ ਹੈ। ਪਰ ਅਭਿਆਸ ਵਿੱਚ ਜਦੋਂ ਸੱਚ ਨਾਲ ਇੱਕਮਿਕ ਹੋ ਜਾਂਦਾ ਹੈ ਤਾਂ ਉਹ ਬੜੀ ਆਸਾਨੀ ਨਾਲ ਇਹਨਾਂ ਦੋਹਾਂ ਕਥਨਾਂ ਦੀ ਉਣਤਾਈ ਤੋਂ ਜਾਣੂ ਹੋ ਜਾਂਦਾ ਹੈ। ਉੱਥੇ ਨਾ ਤੇ ਤੂੰ ਹੀ ਤੂੰ ਹੈ ਤੇ ਨਾ ਹੀ ਮੈਂ ਰਹਿਣਾ, ਸਗੋਂ ਇੱਕ ਬਿਆਨ ਤੋਂ ਬਾਹਰ ਅਕਥ ਕਰਨ ਵਾਲੀ ਅਵਸਥਾ ਦਾ ਰੰਗ ਮਾਣੀਦਾ, ਜਿਹੜੀ ਗੂੰਗੇ ਦੇ ਮਠਿਆਈ ਖਾਣ ਵਾਂਗ ਇਨਸਾਨੀ ਬੋਲੀ ਵਿੱਚ ਪੂਰੇ ਤੌਰ ਤੇ ਦੱਸਣੀ ਅਸੰਭਵ ਹੈ। ਸੱਚ ਦੀ ਪ੍ਰਾਪਤੀ ਇੱਕ ਆਤਮਿਕ ਤਜਰਬਾ ਹੈ, ਜਿਹਦਾ ਚੰਗੇ ਤੋਂ ਚੰਗਾ ਬਿਆਨ ਵੀ ਅਪੂਰਨ ਹੀ ਰਹੇਗਾ, ਅਤੇ ਬਿਆਨ ਉਦੋਂ ਤੱਕ ਹੀ ਸੰਭਵ ਹੈ ਜਦੋਂ ਤੱਕ ਬਿਆਨ ਕਰਨ ਵਾਲਾ ਬਿਆਨ ਕਰਨ ਵਾਲੀ ਚੀਜ਼ ਨਾਲੋਂ ਵੱਖਰਾ ਤੇ ਪਰਾਂ ਹੋਵੇ। ਜਦੋਂ ਬਿਆਨ ਕਰਨ ਵਾਲਾ ਬਿਆਨ ਕਰਨ ਵਾਲੀ ਚੀਜ਼ ਹੀ ਬਣ ਜਾਏ ਤਾਂ ਫਿਰ ਠੀਕ ਬਿਆਨ ਕਰਨਾ ਅਸੰਭਵ ਹੋ ਜਾਂਦਾ ਹੈ। ਬਿਆਨ ਕੌਣ ਕਰੇ ਤੇ ਕਿਸ ਦਾ ਬਿਆਨ ਕਰੇ? ਇਸ ਵਾਸਤੇ ਸੱਚ ਦੀਆਂ ਸਭ ਦੱਸੀਆਂ ਗਈਆਂ ਸਿਫਤਾਂ ਜਾਂ ਲੱਛਣ ਸੱਚ ਦੀ ਅੰਤਿਮ ਅਸਲੀਅਤ ਤੋਂ ਉਰੇ ਹਾਲਤਾਂ ਵਿੱਚੋਂ ਬਿਆਨ ਕਰਨ ਦਾ ਯਤਨ ਨੇ, ਅਤੇ ਸੱਚ ਦੀ ਪੂਰਨ ਤਸਵੀਰ ਨਹੀਂ ਨੇ। ਗੁਰਬਾਣੀ ਵਿੱਚ ਇਸ ਸੰਬੰਧੀ ਕਈ ਮਹਾਂਵਾਕ ਦਰਜ ਕੀਤੇ ਗਏ ਨੇ, ਤਾਂ ਕਿ ਗਤਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ। ਗੌੜੀ ਮਹਿਲਾ 5 ਸ੍ਰੀ ਸੁਖਮਣੀ ਸਾਹਿਬ। ਅਥਵਾ ਅਤੁੱਲ ਕਿਉਂ ਤੋਲਿਆ ਜਾਏ, ਦੂਜਾ ਹੋਏ ਤਾਂ ਸੋਝੀ ਪਾਏ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਤੇ ਜਾਂ ਫਿਰ ਤਿਸ ਤੇ ਦੂਜਾ ਨਾਹੀਂ ਕੋਏ, ਤਿਸ ਦੀ ਕੀਮਤ ਕਿਕੂ ਹੋਏ। ਮੈਂ ਅਤੇ ਤੂੰ ਇਹ ਦੋਵੇਂ ਲਫ਼ਜ਼ ਹੀ ਸਾਪੇਖ ਨੇ, ਭਾਵ ਰਿਲੇਟਿਵ ਟਰਮਸ ਨੇ। ਮੈਂ ਤਦੋਂ ਹੋ ਸਕਦਾ ਜਦੋਂ ਮੁਕਾਬਲੇ ਵਿੱਚ ਕੋਈ ਤੂੰ ਹੋਵੇ, ਤੇ ਤੂੰ ਤਾਂ ਹੋ ਸਕਦਾ ਜਦੋਂ ਕਿਤੇ ਕੋਈ ਮੈਂ ਹੋਵੇ। ਪਰ ਸਿਮਰਨ ਅਭਿਆਸ ਦੀ ਉੱਪਰਲੀ ਅਵਸਥਾ ਵਿੱਚ ਉੱਥੇ ਪਹੁੰਚ ਜਾਈਦਾ ਹੈ ਜਿੱਥੇ ਮੈਂ ਤੇ ਤੂੰ ਦੀਆਂ ਹਾਲਤਾਂ ਨੀਵੀਆਂ ਰਹਿ ਜਾਂਦੀਆਂ ਨੇ। ਸਾਰੀ ਕੁਦਰਤ, ਸਾਰਾ ਬ੍ਰਹਿਮੰਡ ਇੱਕੋ ਹੀ ਚੀਜ਼ ਦਾ ਰੂਪ ਨਜ਼ਰ ਆਉਂਦਾ ਹੈ। ਇਹ ਅਵਸਥਾ ਨਾ ਮੈਂ ਹੀ ਮੈਂ ਅਤੇ ਨਾ ਤੂੰ ਹੀ ਤੂੰ ਦੀ ਹੈ। ਇਸ ਅਵਸਥਾ ਨੂੰ ਮੇਰੀ ਸਮਝ ਵਿੱਚ ਆਪੇ ਆਪ ਦੀ ਅਵਸਥਾ ਕਹਿਣਾ ਸਭ ਤੋਂ ਚੰਗਾ ਤੇ ਸਹੀ ਬਿਆਨ ਕਰਨਾ। ਜਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਨੇ, ਆਪ ਉਪਦੇਸ਼ੈ ਸਮਝੈ ਆਪ, ਨਾਨਕ ਕਾ ਪ੍ਰਭ ਆਪੇ ਆਪ। ਜਾਂ ਫਿਰ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਜਾਂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਤਰ੍ਹਾਂ ਫਰਮਾਨ ਕਰਦੇ ਨੇ, ਆਪੇ ਕੰਡਾ ਤੋਲ ਤਰਾਜ਼ੀ, ਆਪੇ ਤੋਲਣ ਹਾਰਾ, ਆਪੇ ਦੇਖੈ ਆਪੇ ਬੂਝੈ, ਆਪੇ ਹੈ ਵਣਜਾਰਾ। ਇੱਕ ਆਮ ਆਦਮੀ
वेदांत पढ़ के मैं ही मैं दे बड़े उल्टे अर्थ कढ़ सकदा है। उस दी हौमै जां इंसानी मैं सगों होर जोरदार हो जाएगी। उस दी हौमै खुद ही मरण दी थां ते सगों वधेरे चमक पैंदी है। मेरे एक परम मित्र ने दसिया कि एक अभ्यासी सोहंग दा पाठ करया करदा सी। उस दी हौमै बड़ी वध गई, इथों तक कि उसनूं इस तरह प्रतीत होया करे कि जिवें उसदा बदन फट रिहा, अंदर अशांति दी अग लगी हुई है। इस दशा तो वह अभ्यासी खुद बड़ा औखा सी। जिस मैं दी तरफ श्री कृष्ण जी महाराज दा जां वेदांत दा इशारा है, वह हौमै तो रहत आत्मा दी आत्मा परम आत्मा है, जिस दा असली ज्ञान सौखी ते मामूली गल नहीं। जदों आत्मा दे अंदर अपने मूल परमात्मा दा ज्ञान हो जाए तां भावें मैं ही मैं ते भावें तू ही तू, जो मर्जी आखो, इन्हां लफ्जां दे पिछे इशारा सदा उस हस्ती वाल होवेगा जो सारी सृष्टि दा मूल है। पर इस ज्ञान दे उपजण तो पहलां मैं ही मैं कहण नाल अभ्यासी नूं हमेशा भुलेखे लगदे रहिंदे ने। अभ्यासी बंदा मामूली इंसानी हौमै तो बंदगी आरंभ करके हौली हौली किन्नियां ही सूखम हौमै दियां हालतां विचों लंघदा अखीर मसां परम तत्त दी अवस्था विच पहुंचदा है। इस सारे रस्ते विच उसदा मैं ही मैं कहना ते सुनना नित नवें भुलेखे पैदा करदा है ते तरक्की दे राह विच रोड़े अटकाउंदा रहिंदा है। मैं ही मैं कहण वाले पुरुष दा आम तौर ते मैं नाल बहुत प्यार हो जांदा है, जो कि बंदगी विच भारा विघन साबित हुंदा है। जिवें मैं ही मैं फिलासफी भावें दिमागी तसल्ली वास्ते काफी समझी जावे पर अमली अभ्यास विच भुलेखे पा सकदी है, उसे तरह तू ही तू दी फिलासफी भी एक सच्चे खोजी नूं कई टपले ला सकदी है। तू ही तू कहण वाला ईमानदार खोजी किसे वक्त ऐसे नतीजे ते पहुंच जांदा है कि वह खुद बिल्कुल सिफर है, जीरो है। अपने आप नूं सिफर समझण नाल शरीर अते आत्मा बड़े निर्बल हो जांदे ने, इथों तक कि अभ्यासी दा शरीर दे ख्याल उत्ते कोई काबू नहीं रहिंदा। तू ही तू कहण वाले आदमी इस भुलेखे दा शिकार मैं कई वेखे ने। उन्हां दा स्वै भरोसा बहुत घट जांदा है, जिस करके उन्हां दी जिंदगी अते कारोबार उत्ते बड़ा बुरा असर पैंदा है। ऐसे आदमी कमजोरी दी हालत विच सुस्त ते वहमी हो जांदे ने ते अपने किसी भी फर्ज नूं चुस्ती ते दृढ़ता नाल निभा नहीं सकदे। यह हालत भी ओनी ही भुलेखे भरी है जिन्नी के मैं ही मैं कहण वालियां दी हौमै भरी हालत हुंदी है। इस सारी विचार उत्ते भगत कबीर साहब दे इह सलोक बड़ी कमाल दी रोशनी पाउंदे ने। भगत साहब कहंदे ने, कबीर रोड़ा होए रहो बाटका, तज मन का अभिमान, ऐसा कोई दास होए ताहे मिलै भगवान। कबीर रोड़ा हुआ तो क्या भया, पंथी को दुख दे, ऐसा तेरा दास है ज्यों धरणी में खे। कबीर खे हुई तो क्या भया, जो उड लागै अंग, हर जन ऐसा चाहिए ज्यों पानी सरबंग। कबीर पानी हुआ तो क्या भया, सीरा ताता होए, हर जन ऐसा चाहिए जैसा हर ही होए। अथवा हर जन दोए एक है, बिब विचार किछ न है, जलते उपज तरंग ज्यों जल ही बिखै समा है। श्री गुरु ग्रंथ साहिब जी महाराज विच ऐसे अनेकां शब्द मिलणगे जिन्हां दे भाव समझ के अभ्यासी अपनी पूरी रहनुमाई हासिल कर सकता है।
ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਰਾਂ ਦਾ ਮੈਂ ਬਹੁਤ ਧੰਨਵਾਦੀ ਰਹਾਂਗਾ, ਜਿਨ੍ਹਾਂ ਨੇ ਮੇਰੀ ਬੇਨਤੀ ਸੁਣ ਕੇ ਚੰਗੀ ਤਰ੍ਹਾਂ ਵਿਚਾਰ ਕਰਕੇ ਫਰਮਾਇਆ, ਸਿੱਖ ਦਾ ਨਿਸ਼ਾਨਾ ਸਿਫਰ ਬਣਨਾ ਨਹੀਂ, ਸਗੋਂ ਹੌਲੀ-ਹੌਲੀ ਵਾਹਿਗੁਰੂ ਬਣਨਾ ਹੈ। ਭਾਈ ਸਾਹਿਬ ਦਾ ਇਹ ਇਸ਼ਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੇਕਾਂ ਐਸੇ ਭਾਵ ਦੇ ਸ਼ਬਦ ਅਤੇ ਮੇਰਾ ਅੰਦਰਲਾ ਤਜਰਬਾ ਸਾਰੇ ਇਸ ਗੱਲ ਉੱਤੇ ਸਹਿਮਤ ਸਨ। ਇਸ ਤੋਂ ਬਾਅਦ ਮੈਂ ਬੇਖੌਫ ਹੋ ਕੇ ਆਪਣੇ ਅਭਿਆਸ ਦਾ ਰੁਖ ਚੜ੍ਹਦੀ ਕਲਾ ਵੱਲ ਮੋੜਿਆ, ਜਿਸ ਦਾ ਨਤੀਜਾ ਬੜੀ ਹੈਰਾਨੀ ਭਰੀ ਤਰੱਕੀ ਹੋਇਆ। ਕਈ ਪਹੁੰਚੇ ਹੋਏ ਮਹਾਤਮਾਵਾਂ ਪਾਸੋਂ ਮੈਂ ਹੀ ਮੈਂ ਜਾਂ ਤੂੰ ਹੀ ਤੂੰ ਦੇ ਮਸਲੇ ਸੰਬੰਧੀ ਪੁੱਛਗਿੱਛ ਕਰਨ ਮਗਰੋਂ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਇਹ ਦੋਵੇਂ ਕਥਨ ਅਸਲ ਵਿੱਚ ਇੱਕੋ ਸੱਚਾਈ ਜ਼ਾਹਰ ਕਰਦੇ ਨੇ, ਤੇ ਦੂਸਰਾ, ਭਾਵੇਂ ਡੂੰਘੇ ਅਰਥਾਂ ਵਿੱਚ ਇਹਨਾਂ ਦੋਹਾਂ ਕਥਨਾਂ ਦੀ ਤਹਿ ਵਿੱਚ ਅਸਲੀਅਤ ਹੈ, ਪਰ ਉਹ ਸੱਚਾਈ ਨੂੰ ਪੂਰੇ ਤੌਰ ਤੇ ਬਿਆਨ ਕਰਨ ਤੋਂ ਇਹ ਦੋਵੇਂ ਤਰੀਕੇ ਹੀ ਅਸਮਰੱਥ ਨੇ। ਤੀਸਰਾ, ਅਣਜਾਣ ਬੰਦੇ ਨੂੰ, ਨਵੇਂ-ਨਵੇਂ ਖੋਜੀ ਨੂੰ ਉੱਪਰ ਦਸੀਆਂ ਦੋਵੇਂ ਫਿਲਾਸਫੀਆਂ ਭੁਲੇਖੇ ਵਿੱਚ ਪਾ ਸਕਦੀਆਂ ਨੇ। ਚੌਥਾ, ਉਹ ਸੱਚਾਈ ਅਸਲ ਵਿੱਚ ਤੇ ਕਹਿਣ ਵਿੱਚ ਆ ਹੀ ਨਹੀਂ ਸਕਦੀ, ਪਰ ਉਸ ਨੂੰ ਆਪੇ ਆਪ ਆਖਣਾ ਉੱਪਰ ਦੱਸੇ ਦੋਵਾਂ ਤਰੀਕਿਆਂ ਤੋਂ ਚੰਗਾ ਤਰੀਕਾ ਹੈ। ਸਿਮਰਨ ਅਭਿਆਸ ਕਮਾਈ ਕਰਨ ਵਾਲੇ ਪੁਰਸ਼ ਨੂੰ ਹਮੇਸ਼ਾ ਸਿਮਰਨ ਦੀ ਓਟ ਰੱਖਣੀ ਚਾਹੀਦੀ ਹੈ। ਉਸ ਦੇ ਅੰਦਰ ਰਹਿਣ ਵਾਲੀ ਚੇਤਨ ਸ਼ਕਤੀ ਉਸ ਦੀ ਹਰ ਮੌਕੇ ਤੇ ਲੋੜ ਅਨੁਸਾਰ ਰਹਿਨੁਮਾਈ ਕਰਦੀ ਜਾਵੇਗੀ ਤੇ ਉਸ ਨੂੰ ਕਿਸੇ ਦਿਨ ਇਹੋ ਜਿਹੇ ਅਰਸ਼ੀ ਮੁਨਾਰੇ ਤੇ ਚਾੜ ਦੇਵੇਗੀ, ਜਿੱਥੇ ਖਲੋ ਕੇ ਅਭਿਆਸੀ ਸੱਚ ਤੱਕ ਅਪੜਨ ਦੇ ਸਭ ਰਸਤੇ ਵੇਖੇਗਾ, ਸਭ ਨੂੰ ਅਪਣਾਵੇਗਾ, ਸਭ ਨੂੰ ਸਤਿਕਾਰੇਗਾ ਤੇ ਸਭ ਰਸਤਿਆਂ ਤੋਂ ਉੱਚੇ ਸੱਚ ਨਾਲ ਇੱਕ ਹੋਇਆ ਹੋਇਆ ਆਪਣੀ ਘਾਲਣਾ ਅਤੇ ਸਾਰਿਆਂ ਦੀ ਮਿਹਨਤ ਉੱਤੇ ਪ੍ਰਸੰਨਤਾ ਦੀ ਨਿਗਾਹ ਨਾਲ ਵੇਖ-ਵੇਖ ਕੇ ਮੁਸਕਰਾਵੇਗਾ।